ਦੂਸਰੇ ਗਰੁੱਪ ਵਿੱਚ ਕੱਲ੍ਹ ਕੁਛ ਪੰਗਤੀਆਂ ਲਿਖ ਪਾਈਆਂ ਸਨ। ਦੋ ਚੀਜ਼ਾਂ ਬੰਦੇ ਨੂੰ ਅਹੰਕਾਰੀ ਬਣਾਉਂਦੀਆਂ ਨੇ, ਸੋਹਣੀ ਸੂਰਤ ਅਤੇ ਪੈਸਾ। ਰੱਬ ਦਾ ਸ਼ੁਕਰ ਆ ਆਪਣੇ ਕੋਲ ਦੋਵੇਂ ਹੈ ਨਹੀਂ। ਇਹ ਕਹਿਣਾ ਹੈ ਇੰਦਰਪ੍ਰੀਤ ਕੌਰ ਦਾ। ਇਹ ਵੀ ਤਾਂ ਅਹੰਕਾਰ ਹੀ ਹੈ ਨਾ। ਵੀ ਮੇਰੇ ਕੋਲ ਇਹ ਦੋਵੇਂ ਹੈ ਨਹੀਂ। ਨਾ ਹੋਣ ਦਾ ਵੀ ਹੰਕਾਰ ਹੀ ਹੁੰਦਾ ਹੈ। ਕੋਈ ਕਹਿੰਦਾ ਹੈ ਮੇਰੇ ਕੋਲ ਬਹੁਤ ਪੈਸਾ ਹੈ, ਤੇ ਕੋਈ ਕਹਿੰਦਾ ਮੇਰੇ ਕੋਲ ਹੈ ਹੀ ਨਹੀਂ, ਦੇਖੋ ਹੈ ਮੇਰੇ ਨਾਲ ਦਾ ਕੋਈ। ਤਿਆਗੀ ਦਾ ਵੀ ਅਹੰਕਾਰ ਹੁੰਦਾ ਹੈ ਵੀ ਮੇਰੇ ਵਰਗਾ ਤਿਆਗੀ ਕੋਈ ਨਹੀਂ, ਦੇਖੋ ਮੇਰੇ ਕੋਲ ਕੁਛ ਨਹੀਂ, ਨੰਗ ਧੜੰਗ ਖੜਾ ਹੈ, ਕੁਛ ਵੀ ਨਹੀਂ ਹੈ। ਕੁਛ ਨਾ ਹੋਣ ਦਾ ਵੀ ਹੰਕਾਰ ਹੈ। ਐਸਾ ਹੋਇਆ ਹੈ, ਐਸਾ ਹੁੰਦਾ ਹੈ। ਭਿਖਾਰੀ ਦਾ ਵੀ ਹੰਕਾਰ ਹੁੰਦਾ ਹੈ, ਮੇਰੇ ਵਰਗਾ ਭਿਖਾਰੀ ਕੋਈ ਨਹੀਂ। ਤੇ ਜ਼ਰੂਰੀ ਨਹੀਂ ਹੈ ਹੋਣ ਦਾ ਹੰਕਾਰ ਹੋਵੇ, ਖਿਆਲ ਵਿੱਚ ਰੱਖੋ। ਹੰਕਾਰ ਨਾ ਹੋਣ ਦਾ ਵੀ ਹੁੰਦਾ ਹੈ। ਐਸਾ ਨਾ ਸੋਚੋ ਵੀ ਜਿਹੜੇ ਧਨੀ ਮਾਨੀ ਹਨ, ਜਿਨ੍ਹਾਂ ਕੋਲ ਬਹੁਤ ਹੈ, ਉਹ ਹੰਕਾਰੀ ਹਨ। ਨਹੀਂ, ਐਸੇ ਵੀ ਬਹੁਤ ਦੇਖੇ ਹਨ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਤੇ ਬਹੁਤ ਪ੍ਰਚੰਡ ਅਹੰਕਾਰ ਹੈ ਕੁਝ ਵੀ ਨਹੀਂ, ਪਰ ਨਾ ਹੋਣ ਦਾ ਵੀ ਹੰਕਾਰ। ਸਾਧੂ ਪੁੜੇ ਦਾ ਵੀ ਹੰਕਾਰ, ਗਿਆਨ ਦਾ ਵੀ ਹੰਕਾਰ, ਤਿਆਗ ਦਾ ਵੀ ਹੰਕਾਰ, ਬਲਕਿ ਲੋਕ ਵਿਨਮਰਤਾ ਦਾ ਵੀ ਹੰਕਾਰ ਬਣਾ ਲੈਂਦੇ ਹਨ। ਕੀ ਕਰੋਗੇ? ਕਿਹਾ ਹੈ ਨਾ ਵੀ ਨਿਰਹੰਕਾਰੀ ਆਦਮੀ ਵਿਨਮਰ ਹੁੰਦਾ ਹੈ। ਤੇ ਕਈ ਵਿਨਮਰ ਇਸੇ ਕਰਕੇ ਹੀ ਹੁੰਦੇ ਹਨ ਵੀ ਮੈਨੂੰ ਲੋਕ ਜਾਣਨ ਮੈਂ ਨਿਰਅਹੰਕਾਰੀ ਹਾਂ। ਹੈ ਕੋਈ ਮੇਰੇ ਨਾਲ ਦਾ ਵਿਨਮਰ ਆਦਮੀ? ਕਿੰਨਾ ਵਿਨਮਰ ਹਾਂ ਮੈਂ। ਤੋ ਆਪਣੀ ਪ੍ਰਸ਼ੰਸਾ ਸੁਣਨ ਵਾਸਤੇ ਹੀ ਵਿਨਮਰ ਹੋ ਗਿਆ, ਤੇ ਪ੍ਰਸ਼ੰਸਾ ਤੇ ਹੰਕਾਰੀ ਹੀ ਸੁਣਦਾ ਹੈ ਨਾ। ਤੇ ਅਹੰਕਾਰ ਹਰ ਇੱਕ ਦੇ ਅੰਦਰ ਹੈ, ਖਿਆਲ ਵਿੱਚ ਰੱਖੋ। ਅਹੰਕਾਰ ਨੂੰ ਹੀ ਰੋਗ ਕਿਹਾ ਹੈ। ਹਉਮੈ ਦੀਰਘ ਰੋਗ ਹੈ, ਬਹੁਤ ਵੱਡਾ ਰੋਗ ਹੈ। ਤੇ ਐਸਾ ਨਹੀਂ ਹੈ ਵੀ ਇਹਦੇ ਤੋਂ ਕੋਈ ਬਚਿਆ ਹੈ। ਕੌਣ ਬਚਿਆ ਹੈ ਇਹਦੇ ਤੋਂ? ਕਹਿੰਦੇ ਹਨ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਜਿਹੜਾ ਸੱਚ ਤੋਂ ਬਿਨਾ ਹੈ ਨਾ, ਉਹ ਹੀ ਰੋਗੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਜੁੜਿਆ ਹੋਇਆ ਹੈ ਅੰਦਰ ਪਰਮਾਤਮਾ ਦੇ ਨਾਲ, ਉਹ ਹੈ ਇਸ ਹਉਮੈ ਰੋਗ ਤੋਂ ਮੁਕਤ। ਤੇ ਜਿਹੜਾ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ ਉਹ ਰੋਗੀ ਹੈ। ਜਿਹੜਾ ਸੰਸਾਰ ਬਾਰੇ ਸੋਚ ਰਿਹਾ ਹੈ ਉਹ ਰੋਗੀ ਹੈ। ਤੇ ਦੇਖੋ ਤੁਸੀਂ, ਇਹ ਜਿਹੜਾ ਰੋਗੀ ਹੈ, ਹਉਮੈ ਗ੍ਰਸਤ ਹੈ, ਹਉ ਹੈ ਜਿਹਦੇ ਵਿੱਚ, ਉਹ ਨਾਮ ਨਹੀਂ ਜਪ ਸਕਦਾ। ਕਹਿੰਦੇ ਹਨ ਹਉਮੈ ਨਾਮੇ ਨਾਲ ਵਿਰੋਧ ਹੈ, ਦੋਵੇਂ ਨਾ ਬਸੈ ਇੱਕ ਠਾਏ। ਦੇਖੋ, ਤੇ ਇਹਨਾਂ ਅਹੰਕਾਰੀਆਂ ਨੂੰ ਹੀ ਨਾਮ ਜਪਾਇਆ ਜਾ ਰਿਹਾ ਹੈ। ਇਹੋ ਹੀ ਫਰਕ ਹੈ ਨਾ ਮੇਰੀ ਗੱਲ ਵਿੱਚ
ਤੇ ਜੋ ਧਾਰਮਿਕ ਲੋਕ ਹਨ ਬਾਹਰ, ਉਹਨਾਂ ਦੀ ਗੱਲ ਵਿੱਚ ਉਹ ਕਹਿੰਦੇ ਹਨ, ਨਾਮ ਜਪੋ, ਸਿਮਰਨ ਕਰੋ, ਚਿੰਤਨ ਕਰੋ, ਅਭਿਆਸ ਕਰੋ, ਤਾਂ ਕਿ ਤੁਹਾਡਾ ਅਹੰਕਾਰ ਖਤਮ ਹੋਵੇ। ਇਹੋ ਕਹਿੰਦੇ ਹਨ ਨਾ ਵੀ ਸਿਮਰਨ ਕਰਨ ਦੇ ਨਾਲ ਹੰਕਾਰ ਖਤਮ ਹੋਊਗਾ, ਹਉਮੈ ਬਿਮਾਰੀ ਖਤਮ ਹੋਊਗੀ, ਇਹੋ ਕਹਿੰਦੇ ਹਨ ਨਾ। ਪਰ ਮੈਂ ਕਹਿੰਦਾ ਹਾਂ ਵੀ ਜਿੰਨਾ ਚਿਰ ਹਉ ਹੈ ਉਨਾ ਚਿਰ ਤੁਸੀਂ ਨਾਮ ਜਪ ਹੀ ਨਹੀਂ ਸਕਦੇ, ਕਿਉਂਕਿ ਇਹ ਵਿਰੋਧੀ ਹਨ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਠਾਈ। ਕਿਵੇਂ ਜਪੋਗੇ ਤੁਸੀਂ ਨਾਮ? ਅਹਮ ਭਾਵ ਹੈ ਜਿਹਦੇ ਵਿੱਚ, ਉਹ ਤੇ ਨਾਮ ਜਪ ਹੀ ਨਹੀਂ ਸਕਦਾ, ਚਿੰਤਨ ਕਰ ਹੀ ਨਹੀਂ ਸਕਦਾ, ਪ੍ਰਭੂ ਨੂੰ ਯਾਦ ਕਿਵੇਂ ਕਰੂਗਾ? ਮੈਂ ਕਹਿੰਦਾ ਹਾਂ ਭਈ ਪਹਿਲਾਂ ਸਮਝੋ ਹਉਮੈ ਪੈਦਾ ਕਿਵੇਂ ਹੋ ਰਹੀ ਹੈ, ਹਉਮੈ ਦੀ ਬਿਮਾਰੀ ਵੱਧ ਕਿਵੇਂ ਰਹੀ ਹੈ। ਪਹਿਲਾਂ ਬਿਮਾਰੀ ਤੇ ਘਟਾਓ ਕਮ ਸੇ ਕਮ। ਕਹਿੰਦੇ ਹਨ ਨਾ ਕਈ ਵਾਰ ਕਿ ਵੀ ਇਹ ਆਦਮੀ ਬਿਮਾਰ ਹੈ ਬਹੁਤ ਜ਼ਿਆਦਾ। ਹੁਣ ਬਿਮਾਰ ਆਦਮੀ ਨੂੰ ਤੁਸੀਂ ਕਹੋ ਵੀ ਕੰਮ ਕਰੇ, ਤੇ ਕੰਮ ਥੋੜ੍ਹੀ ਕਰ ਸਕਦਾ। ਪਹਿਲਾਂ ਠੀਕ ਤੇ ਹੋਵੇ, ਕੰਮ ਕਰਨ ਜੋਗਾ ਤੇ ਹੋਵੇ। ਸੋਚ ਵੀ ਨਹੀਂ ਸਕਦਾ ਬਿਮਾਰ ਆਦਮੀ, ਤੇ ਪੜ੍ਹ ਵੀ ਨਹੀਂ ਸਕਦਾ। ਤੇ ਜਿੰਨਾ ਚਿਰ ਠੀਕ ਨਹੀਂ ਹੁੰਦਾ ਹੈ, ਇਵੇਂ ਹੀ ਹਉਮੈ ਬਿਮਾਰੀ ਬਹੁਤ ਜ਼ਿਆਦਾ ਹੈ। ਤੇ ਨਾਮ ਕਿਵੇਂ ਜਪੋਗੇ? ਪਹਿਲਾਂ ਬਿਮਾਰੀ ਨੂੰ ਤੇ ਘਟਾਓ, ਡੋਜ਼ ਲਓ, ਦਵਾਈ ਲਓ। ਇੱਧਰ ਦਵਾਈ ਦਿੱਤੀ ਜਾ ਰਹੀ ਹੈ। ਦਵਾਈ ਇਹੋ ਹੀ ਹੈ ਵੀ ਹਉਮੈ ਵੱਧਦੀ ਕਿਵੇਂ ਹੈ। ਸ਼ੁਰੂ ਹੁੰਦੀ ਹੈ ਹਉ ਤੋਂ। ਹਉਮੈ ਦਾ ਅਰਥ ਹੁੰਦਾ ਹਉ, ਮੈਂ ਹਾਂ। ਮੈਂ ਹਾਂ ਤੇ ਮੈਂ ਆਪਣੇ ਵਾਸਤੇ ਵੀ ਸੋਚਦਾ ਹਾਂ ਵੀ ਮੈਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ, ਤੇ ਆਪਣੇ ਜੀਵਨ ਵਾਸਤੇ ਸੋਚਦਾ ਹਾਂ। ਮੈਂ ਆਪਣੀ ਲਾਈਫ ਵਾਸਤੇ ਸੋਚਦਾ। ਮੈਂ ਹਾਂ ਤਾਂ ਹੀ ਸੋਚ ਰਿਹਾ ਹਨ। ਜਿਨ੍ਹਾਂ ਦੀ ਮੈਂ ਘੱਟ ਹੁੰਦੀ ਉਹ ਘੱਟ ਸੋਚਦੇ ਹਨ। ਜਿਵੇਂ ਪਸ਼ੂ ਹਨ, ਉਹਨਾਂ ਦੀ ਮੈਂ ਘੱਟ ਹੈ, ਉਹ ਬਹੁਤਾ ਲੰਮਾ ਚੌੜਾ ਨਹੀਂ ਸੋਚਦੇ। ਫਿਰ ਵੀ ਜੀਂਦੇ ਤੇ ਹੈ ਨਹੀਂ ਉਹ, ਪਰ ਸੋਚਦੇ ਬੰਦੇ ਵਾਂਗੂ ਥੋੜ੍ਹੀ ਸੋਚਦੇ। ਬੰਦਾ ਤਾਂ ਬੜੀ ਲੰਮੀ ਚੌੜੀ ਭਵਿੱਖ ਦੀ ਸੋਚਦਾ। ਪੰਛੀ ਤੇ ਦੇਖ ਲਓ ਕੱਲ੍ਹ ਦੀ ਨਹੀਂ ਸੋਚਦੇ, ਫਿਰ ਵੀ ਜੀਂਦੇ ਕਿੰਨੇ ਮਸਤ ਹਨ। ਤਦੇ ਮਸਤ ਹਨ ਨਾ, ਸੋਚਦੇ ਨਹੀਂ ਬਹੁਤੀ। ਬਿਮਾਰੀ ਨਹੀਂ ਹੈ ਬਹੁਤੀ, ਹਉਮੈ ਦਾ ਰੋਗ ਘੱਟ ਹੈ। ਮੈਂ ਬਹੁਤੀ ਨਹੀਂ ਹੈ, ਬੰਦੇ ਅੰਦਰ ਮੈਂ ਹੈ। ਅਤੇ ਮੈਂ ਜਿੰਨੀ ਜ਼ਿਆਦਾ ਹੋਊਗੀ ਓਨਾ ਬੰਦਾ ਜ਼ਿਆਦਾ ਸੋਚਦਾ ਹੈ। ਇਹੋ ਗੱਲ ਸਮਝੋ। ਇਸੇ ਕਰਕੇ ਕਿਹਾ ਨਾ, ਸੋਚ ਵਿਚਾਰ ਤੋਂ ਮੁਕਤ ਹੋਣਾ ਹੈ। ਨਾਮ ਜਪਣਾ, ਸਿਮਰਨ ਕਰਨਾ। ਕਿਉਂ ਕਰਨਾ? ਵਿਚਾਰਾਂ ਤੋਂ ਮੁਕਤ ਹੋਣਾ। ਵਿਚਾਰ ਚੱਲ ਕਿਉਂ ਰਹੇ ਹਨ? ਮੈਂ ਕਰਕੇ। ਜਿੰਨੀ ਹਉ ਜ਼ਿਆਦਾ ਹੋਵੇਗੀ ਉਹਨੇ ਵਿਚਾਰ ਜ਼ਿਆਦਾ ਚੱਲਣਗੇ। ਹੁਣ ਨਾਮ ਕਿਵੇਂ ਜਪੋਗੇ? ਫਿਰ ਹਉ ਸ਼ੁਰੂ ਤੇ ਹੁੰਦੀ ਹੈ ਅੰਦਰੋਂ ਹੀ, ਮੈਂ ਹਾਂ, ਪਰ ਫੈਲਦੀ ਹੈ ਬਾਹਰ। ਮੇਰਾ ਸਰੀਰ ਹੈ, ਜਿਵੇਂ ਤੁਸੀਂ ਕਿਹਾ ਨਾ, ਮੈਂ ਸੁੰਦਰ ਹਾਂ, ਇਹਦਾ ਹੰਕਾਰ ਹੈ। ਮੈਂ ਤੰਦਰੁਸਤ ਹਾਂ, ਮੈਂ ਬੁੱਧੀਵਾਨ ਹਾਂ, ਮੈਂ ਸਮਝਦਾਰ ਹਾਂ, ਮੈਂ ਗਿਆਨਵਾਨ ਹਾਂ। ਬਹੁਤ ਤਰ੍ਹਾਂ ਦੇ ਹੰਕਾਰ ਹੈ। ਅਤੇ ਫਿਰ ਬਾਹਰ ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਮੇਰੀ ਜਾਇਦਾਦ ਹੈ, ਮੇਰੀ ਪ੍ਰਾਪਰਟੀ ਹੈ, ਮੇਰੇ ਆਪਣੇ ਹਨ। ਇੱਦਾਂ ਫੈਲਦਾ ਹੈ। ਜਿੰਨੇ ਮੇਰੇ ਜ਼ਿਆਦਾ ਹਨ ਓਨਾ ਮੈਂ ਜ਼ਿਆਦਾ ਹੈ। ਹੁਣ ਬਾਹਰ ਸਥੂਲ ਤੇ ਤੁਹਾਨੂੰ ਦਿਖਦਾ ਹੈ, ਅਤੇ ਸਥੂਲ ਜਿੰਨਾ ਜ਼ਿਆਦਾ ਹੋਵੇਗਾ ਓਨਾ ਵਿਚਾਰ ਵੀ ਜ਼ਿਆਦਾ ਚੱਲੇਗਾ। ਜਿੰਨਾ ਮੇਰਾ ਜ਼ਿਆਦਾ ਹੋਵੇਗਾ, ਮੇਰੇ ਦਾ ਫੈਲਾਵ ਜ਼ਿਆਦਾ ਹੋਵੇਗਾ, ਉਨੀ ਸੋਚ ਵਿਚਾਰ ਵੀ ਜ਼ਿਆਦਾ ਹੀ ਚੱਲੇਗੀ ਨਾ। ਇਹੋ ਕਿਹਾ ਸੀ ਨਾ ਗੁਰੂ ਅੰਗਦ ਦੇਵ ਨੇ,
ਵੀ ਜਿੰਨੀ ਚੱਲਣ ਜਾਣਿਆ ਸੇ ਨਾ ਕਰੇ ਵਿਥਾਰ। ਉਹ ਵਿਸਥਾਰ ਨਹੀਂ ਕਰਦੇ ਹਨ, ਸੋਚਦੇ ਨਹੀਂ ਹਨ ਭਵਿੱਖ ਬਾਰੇ, ਬਹੁਤ ਕੁਝ ਬਣਾਉਂਦੇ ਨਹੀਂ ਹਨ। ਤੋ ਵਿਸਥਾਰ ਨਹੀਂ ਕਰਦੇ। ਜਿੰਨਾ ਵਿਸਥਾਰ ਘੱਟ ਹੋਵੇਗਾ ਓਨਾ ਹੀ ਮਨ ਘੱਟ ਚੱਲੇਗਾ। ਤੇ ਮੇਰਾ ਹੈ ਬਾਹਰ ਕੁਝ ਵੀ, ਤੇ ਮੇਰੇ ਨੂੰ ਚਲਾਉਣ ਵਾਸਤੇ ਤੇ ਮੈਂ ਦੁਬਾਰਾ ਵਿਚਾਰ ਹੋਵੇਗੀ, ਸੋਚਿਆ ਜਾਵੇਗਾ। ਕਿ ਜਿੰਨੀ ਜ਼ਿਆਦਾ ਵਿਚਾਰ ਕਰੋਗੇ ਓਨਾ ਮਨ ਜ਼ਿਆਦਾ ਚੱਲੇਗਾ। ਜਿੰਨੇ ਕਾਮਯਾਬ ਹੁੰਦੇ ਗਏ ਓਨੀ ਮੈਂ ਵਧੀ ਜਾਊਗੀ, ਹਉਂ ਵਧੀ ਜਾਊਗੀ, ਰੋਗ ਵਧੀ ਜਾਊਗਾ। ਤੇ ਮੈਂ ਜਿੰਨਾ ਫੈਲਦਾ ਹੈ, ਹੁਣ ਇੱਕ ਗ੍ਰਸਤੀ ਹੈ, ਅਗਰ ਉਹ ਪਰਿਵਾਰ ਦੇ ਵਿੱਚ ਰਹਿ ਰਿਹਾ ਹੈ ਤਾਂ ਪਰਿਵਾਰ ਦੇ ਵਿੱਚ ਉਹਦੀ ਮੇਰਾ ਪਰਿਵਾਰ ਹੈ, ਆਪਣੇ ਬੱਚਿਆਂ ਬਾਰੇ ਸੋਚਦਾ ਹੈ। ਅਤੇ ਜਿਹੜਾ ਕੋਈ ਥੋੜ੍ਹਾ ਜਿਹਾ ਆਂਢ ਗੁਆਂਢ ਸੋਚਣ ਲੱਗ ਜਾਂਦਾ ਹੈ, ਮੇਰਾ ਆਂਢ ਗੁਆਂਢ ਵੀ ਹੈ, ਮੁਹੱਲਾ ਵੀ ਹੈ, ਮੈਂ ਉਹਦੇ ਬਾਰੇ ਵੀ ਸੋਚਣਾ ਹੈ, ਉਹਦੀ ਮੈਂ ਹੋਰ ਵੱਧ ਜਾਂਦੀ ਹੈ। ਕੋਈ ਸ਼ਹਿਰ ਬਾਰੇ ਸੋਚਦਾ ਹੈ, ਕੋਈ ਹੋਰ ਜ਼ਿਆਦਾ ਰਾਜ ਪੱਧਰ 'ਤੇ ਸੋਚਦਾ ਹੈ। ਹੁਣ ਕੋਈ ਦੇਸ਼ ਬਾਰੇ ਸੋਚ ਰਿਹਾ ਹੈ ਵੀ ਦੇਸ਼ ਮੈਂ ਚਲਾ ਰਿਹਾ ਹਾਂ, ਜੇ ਮੈਂ ਨਾ ਹੋਵਾਂ ਤਾਂ ਦੇਸ਼ ਨਹੀਂ ਚੱਲੂਗਾ, ਜ਼ਿੰਮੇਵਾਰੀ ਮੇਰੀ ਹੈ। ਤਾਂ ਉਹਦੀ ਹਉਂ ਕਿੱਡੀ ਵੱਡੀ ਹੋਵੇਗੀ। ਹੁਣ ਚਲਾ ਤਾਂ ਪਰਮਾਤਮਾ ਹੀ ਰਿਹਾ ਸਾਰਾ ਕੁਛ, ਪਰ ਸੋਚ ਤਾਂ ਉਹ ਹੀ ਰਿਹਾ ਹੈ ਨਾ। ਉਹ ਨਾ ਹੋਊਗਾ ਤਾਂ ਫਿਰ ਵੀ ਚੱਲੇ ਹੀ ਜਾਣਾ ਹੈ, ਦੇਸ਼ ਕਿਹੜਾ ਰੁਕਦਾ। ਅਤੇ ਐਸਾ ਨਹੀਂ ਦੇਸ਼ ਚੱਲਦਾ ਹੈ, ਘਰ ਵੀ ਚੱਲਦਾ ਹੈ, ਪਰਿਵਾਰ ਵੀ ਚੱਲਦਾ ਹੈ। ਕਈ ਵਾਰ ਜ਼ਿੰਮੇਵਾਰ ਬੰਦੇ ਸਰੀਰ ਛੱਡ ਜਾਂਦੇ ਹਨ ਤਾਂ ਵੀ ਪਿੱਛੇ ਚੱਲਦਾ ਰਹਿੰਦਾ ਹੈ। ਪਰ ਬੰਦੇ ਨੂੰ ਖਿਆਲ ਹੁੰਦਾ ਹੈ ਨਾ, ਮੈਂ ਚਲਾ ਰਿਹਾ ਹਾਂ, ਮੇਰੀ ਜ਼ਿੰਮੇਵਾਰੀ ਹੈ। ਕਈ ਕਹਿ ਦਿੰਦੇ ਹਨ ਮੈਂ ਨਾ ਹੋਵਾਂ ਤਾਂ ਕਿਵੇਂ ਇਹ ਕੰਮ ਚੱਲੇ, ਕਿਵੇਂ ਪਰਿਵਾਰ ਪਲੂਗਾ। ਕਈ ਕਹਿਣਗੇ ਨਾ ਮੈਂ ਹੋਊਂਗਾ ਤਾਂ ਬੱਚੇ ਰੁਲ ਜਾਣਗੇ। ਐਸਾ ਨਹੀਂ ਹੁੰਦਾ ਹੈ। ਬਾਬੇ ਨਾਨਕ ਨੇ ਕਰਕੇ ਦਿਖਾ ਲਿਆ ਹੀ ਹੈ, ਉਹਨਾਂ ਦੇ ਵੀ ਬੱਚੇ ਪਲ ਗਏ। ਉਹਨਾਂ ਨੇ ਦ੍ਰਿਸ਼ਟਾਂਤ ਪ੍ਰਮਾਣ ਦਿੱਤਾ ਹੈ ਵੀ ਸਭ ਕੁਛ ਹੋ ਜਾਂਦਾ ਹੈ। ਤੇ ਸਭ ਕੁਛ ਤਾਂ ਪਰਮਾਤਮਾ ਕਰ ਰਿਹਾ ਹੈ, ਪਰ ਜਿੰਨੀ ਮੈਂ ਦੀ ਮੋਹਰ ਜ਼ਿਆਦਾ ਲੱਗ ਜਾਂਦੀ ਹੈ, ਮੇਰਾ ਆਪਣਾ ਜ਼ਿਆਦਾ ਹੁੰਦਾ ਹੈ, ਮਮਤਾ ਜ਼ਿਆਦਾ ਹੁੰਦੀ ਹੈ। ਮੇਰਾ ਮੇਰੀ ਮੇਰੀ ਕੈਰੋ ਕਰਤੇ। ਜਿੰਨੀ ਮੇਰੀ ਜ਼ਿਆਦਾ, ਮੈਂ ਜ਼ਿਆਦਾ, ਓਨਾ ਅਹੰਕਾਰ ਜ਼ਿਆਦਾ। ਫਿਰ ਕਈ ਮੈਂ ਕਰਦੇ ਵੀ ਨਹੀਂ ਹਨ। ਕਈ ਧਾਰਮਿਕ ਲੋਕ ਨਾ ਮੈਂ ਦਾ ਸ਼ਬਦ ਦਾ ਬਹੁਤ ਘੱਟ ਉਪਯੋਗ ਕਰਨਗੇ, ਪਰ ਐਸਾ ਨਾ ਸੋਚੋ ਵੀ ਉਹਨਾਂ ਅੰਦਰ ਮੈਂ ਅਹੰਕਾਰ ਨਹੀਂ ਹੈ। ਅਗਰ ਵਿਚਾਰ ਚੱਲ ਰਹੇ ਹਨ ਤੇ ਹੈ। ਅਗਰ ਆਦਮੀ ਸੋਚ ਰਿਹਾ ਹੈ ਨਾ, ਵਿਚਾਰ ਰਿਹਾ ਹੈ ਕੁਝ ਵੀ, ਤਾਂ ਉਹ ਅਹੰਕਾਰ ਦਾ ਕਰਕੇ ਹੀ ਸੋਚ ਰਿਹਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਤੇ ਮੈਂ ਕਹਿੰਦਾ ਹਾਂ ਵੀ ਅਗਰ ਵਾਸਤਵਿਕ ਦੇ ਵਿੱਚ ਹਉਂ ਨੂੰ ਖਤਮ ਕਰਨਾ ਹੈ, ਮਿਟਾਉਣਾ ਹੈ, ਇਸ ਬਿਮਾਰੀ ਤੋਂ ਮੁਕਤ ਹੋਣਾ ਹੈ, ਹਉਮੈ ਦੀਰਘ ਰੋਗ ਤੋਂ, ਅਤੇ ਰੋਗ ਪਹਿਲਾਂ ਬਾਹਰ ਫੈਲ ਰਿਹਾ ਹੈ ਸਥੂਲ ਵੱਲ, ਉੱਧਰੋਂ ਧਿਆਨ ਹਟਾਓ, ਉੱਧਰ ਖਿਆਲ ਕਰੋ ਵੀ ਮੇਰਾ ਕੁਝ ਨਹੀਂ ਹੈ, ਸਭ ਪਰਮਾਤਮਾ ਦਾ ਹੈ, ਪਰਮਾਤਮਾ ਚਲਾ ਰਿਹਾ ਹੈ। ਫਿਰ ਤੁਸੀਂ ਥੋੜ੍ਹਾ ਜਿਹਾ ਕੋਲ ਆ ਜਾਓਗੇ, ਹਉਂ ਤੁਹਾਡੀ ਛੋਟੀ ਹੋਵੇਗੀ, ਬਿਮਾਰੀ ਘੱਟ ਹੋਵੇਗੀ। ਜਿੰਨੀ ਬਿਮਾਰੀ ਘੱਟ ਹੋਵੇਗੀ ਉਨੀ ਤੁਸੀਂ ਸੁਚੇਤ ਹੋਵੋਗੇ। ਇਹ ਗੱਲ ਖਿਆਲ ਵਿੱਚ ਰੱਖੋ। ਧਾਰਮਿਕ ਲੋਕ ਨਹੀਂ ਇੱਦਾਂ ਦੱਸਦੇ ਹਨ, ਉਹ ਤਾਂ ਕਹਿੰਦੇ ਕਾਰੋਬਾਰਾਂ 'ਚ ਵੀ ਤਰੱਕੀਆਂ ਕਰੋ ਖੂਬ, ਅਤੇ ਨਾਮ ਵੀ ਜਪੋ, ਬਾਣੀ ਵੀ ਪੜ੍ਹੀ ਜਾਂਦੇ ਹਨ। ਕਈ ਬੜਾ ਜ਼ੋਰ ਲਾਉਂਦੇ, ਪਰ ਮਨ ਟਿਕਦਾ ਨਹੀਂ, ਟਿਕ ਸਕਦਾ ਨਹੀਂ। ਕੋਈ ਮੂਲ ਬਿਮਾਰੀ ਨੂੰ ਨਹੀਂ ਛੱਡ ਰਹੇ ਹਨ। ਅਤੇ ਜਿੰਨੀ ਬਿਮਾਰੀ ਘੱਟ ਹੋਊਗੀ ਓਨੇ ਹੀ ਤੁਸੀਂ ਸੁਚੇਤ ਹੋਵੋਗੇ, ਸ਼ਾਂਤ ਹੋਵੋਗੇ, ਆਪਣੇ ਕੋਲ ਹੋਵੋਗੇ। ਇੱਕਦਮ ਤਾਂ ਨਹੀਂ ਮਿਟ ਜਾਵੇਗੀ, ਹੌਲੀ ਹੌਲੀ ਪਹਿਲਾਂ ਘੱਟ ਤੇ ਕਰੋ ਨਾ, ਪਰਹੇਜ਼ ਕਰੋ, ਇਹੋ ਮੈਂ ਕਹਿੰਦਾ ਹੁੰਦਾ। ਅਤੇ ਆਪਣਾ ਜਦੋਂ ਕੁਝ ਨਹੀਂ ਹੈ ਬਾਹਰ,
ਤੇ ਜਿਵੇਂ ਚੱਲ ਰਿਹਾ ਤਿਵੇਂ ਹੀ ਚੱਲਣਾ ਹੈ। ਪ੍ਰਮਾਤਮਾ ਚਲਾ ਰਿਹਾ ਹੈ, ਦੇ ਹੀ ਰਿਹਾ ਹੈ ਸਾਰਾ ਕੁਝ। ਤੇ ਲੰਮੀ ਚੌੜੀ ਨਾ ਸੋਚੋ, ਫਿਰ ਤੁਹਾਡੀ ਸੋਚ ਸੀਮਤ ਹੋ ਜਾਊਗੀ। ਤੁਸੀਂ ਆਪਣੇ ਕੋਲੇ ਆ ਜਾਓਗੇ। ਜਿਵੇਂ ਕੋਈ ਬਿਮਾਰ ਆਦਮੀ ਜ਼ਿਆਦਾ ਬਿਮਾਰ ਹੈ, ਥੋੜ੍ਹਾ ਜਿਹਾ ਘੱਟ ਬਿਮਾਰ ਹੋ ਗਿਆ, ਥੋੜ੍ਹਾ ਜਿਹਾ ਠੀਕ ਹੋ ਗਿਆ, ਉਹਦਾ ਥੋੜ੍ਹਾ ਦਿਮਾਗ ਕੰਮ ਕਰਨ ਲੱਗ ਪਿਆ, ਹੁਣ ਥੋੜ੍ਹਾ ਬਿਮਾਰੀ ਤੋਂ ਬਾਹਰ ਆ ਗਿਆ। ਤੇ ਜਿੰਨਾ ਆਦਮੀ ਦਾ ਅਹੰਕਾਰ ਘਟਦਾ ਹੈ, ਉਨੀ ਵਿਚਾਰ ਵੀ ਘਟਦੇ ਹਨ। ਫਿਰ ਗੱਲ ਖਿਆਲ ਵਿੱਚ ਰੱਖੋ, ਜਿੰਨੇ ਤੁਸੀਂ ਵਾਰ-ਵਾਰ ਸੋਚੋਗੇ ਘੱਟ, ਉਨੇ ਵਿਚਾਰ ਘਟਣਗੇ। ਜਿੰਨੇ ਵਿਚਾਰ ਘਟਣਗੇ ਉਨੇ ਹਉਂ ਘਟੂ। ਫਿਰ ਹਉਂ ਸਰੀਰ ਤੱਕ ਆਵੇਗੀ, ਸਰੀਰ ਤੋਂ ਹੋਰ ਸੂਖਸ਼ਮ ਹੁੰਦੀ ਜਾਵੇਗੀ। ਹਉਮੈ ਬਹੁਤ ਜ਼ਿਆਦਾ ਸੂਖਸ਼ਮ ਹੋ ਜਾਂਦੀ ਹੈ। ਕਈ ਵਾਰ ਅਭਿਆਸੀ ਨੂੰ ਵੀ ਨਹੀਂ ਪਤਾ ਲੱਗਦਾ ਹੈ ਮੇਰੇ ਅੰਦਰ ਹਉਂ ਹੈ। ਇਸੇ ਕਰਕੇ ਹੀ ਆਪਣੇ ਆਪ ਹਉਂ ਨੂੰ ਮਿਟਾਉਣਾ ਔਖਾ ਹੈ, ਪਤਾ ਹੀ ਨਹੀਂ ਲੱਗਦਾ, ਹੋਰ ਸੂਖਸ਼ਮ ਹੁੰਦੀ ਜਾਂਦੀ। ਗਿਆਨ ਦੀ ਵੀ ਹਉਂ ਹੈ, ਸਮਝ ਦੀ ਵੀ ਹੈ। ਅਤੇ ਕਈ ਜਿਹੜੇ ਅਭਿਆਸੀ ਹਨ, ਉਹਨਾਂ ਨੂੰ ਅਨੁਭਵ ਹੋ ਜਾਂਦਾ ਹੈ ਕੋਈ ਨਾ ਕੁਛ, ਉਹਦੀ ਵੀ ਹਉਂ ਹੀ ਬਣਾ ਲੈਂਦੇ ਹਨ। ਮੈਂ ਕੁਛ ਜਾਣ ਲਿਆ, ਮੈਨੂੰ ਪਤਾ ਲੱਗ ਗਿਆ, ਮੈਨੂੰ ਗਿਆਨ ਹੋ ਗਿਆ, ਉਹ ਵੀ ਹਉਂ ਹੀ। ਅਤੇ ਹਉਂ ਸੂਖਸ਼ਮ ਹੁੰਦੀ ਜਾਂਦੀ ਹੈ। ਫਿਰ ਜਿੰਨੀ ਬਾਰੀਕ ਸੂਖਸ਼ਮ ਹੁੰਦੀ ਹੈ ਨਾ, ਉਨੀ ਜ਼ਿਆਦਾ ਘਾਤਕ ਵੀ ਹੁੰਦੀ ਹੈ। ਅਤੇ ਆਪਣੇ ਆਪ ਨਹੀਂ ਪਤਾ ਲੱਗਦਾ ਹੈ ਹਉਮੈ। ਸੰਸਾਰੀ ਆਦਮੀ ਨੂੰ ਨਹੀਂ ਪਤਾ ਲੱਗਦਾ, ਇਹ ਤਾਂ ਉਹਨੂੰ ਹੀ ਪਤਾ ਲੱਗਦਾ ਹੈ ਜਿਹਦੇ ਅੰਦਰ ਹਉਂ ਹੈ ਨਹੀਂ। ਅਤੇ ਹਉਮੈ ਤੋਂ ਹੌਲੀ ਹੌਲੀ ਮੁਕਤ ਹੋਣਾ ਹੈ। ਫਿਰ ਜਿੰਨੀ ਘੱਟ ਹੋਵੇਗੀ ਹਉਮੈ, ਓਨਾ ਧਿਆਨ ਜ਼ਿਆਦਾ ਤੁਹਾਡਾ ਟਿਕੂਗਾ, ਓਨੇ ਥਿਰ ਹੋਵੋਗੇ, ਤੁਸੀਂ ਸ਼ਾਂਤ ਹੋਵੋਗੇ। ਅਤੇ ਜਿੰਨੇ ਸ਼ਾਂਤ ਹੋਵੋਗੇ, ਥਿਰ ਹੋਵੋਗੇ, ਅਤੇ ਪਰਮਾਤਮਾ ਦਾ ਚਿੰਤਨ ਕਰੋਗੇ। ਥਿਰ ਕਰ ਬੈਸੋ ਹਰਿ ਜਨ ਪਿਆਰੇ, ਫਿਰ ਸਤਿਗੁਰ ਤੁਮਰੇ ਕਾਜ ਸਵਾਰੇ। ਜਦੋਂ ਥਿਰ ਬੈਠ ਜਾਵੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਉਹੋ ਹੀ ਕਾਰਜ ਸਵਾਰਦਾ ਹੈ, ਉਹੋ ਹੀ ਹਉਮੈ ਖਤਮ ਕਰ